ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੁਭਾਏਮਾਨ ਗੁਰੂ ਸਵਾਰੇ ਸਾਧ ਸੰਗਤ ਜਨੋ, ਪਿਆਰੀ ਸਾਧ ਸੰਗਤ ਜੀਓ, ਆਪ ਜੀ ਧੰਨ ਧੰਨ ਹੋ, ਵਡਭਾਗੀ ਹੋ। ਦਿਨ ਦੇ ਕਾਰ ਵਿਹਾਰ ਕਰਦਿਆਂ ਹੋਇਆਂ ਸੋਧਰ ਦੇ ਵੇਲੇ ਗੁਰਦੁਆਰਾ ਨਾਨਕਸਰ 28 ਸੈਕਟਰ ਚੰਡੀਗੜ੍ਹ ਵਿਖੇ ਹੋਮ ਹਮਾ ਕੇ ਅੱਜ ਪੁੱਜੇ ਹੋ। ਅੱਜ ਦੇ ਪਾਵਨ ਦਿਵਸ ਜਾਂ ਇਸ ਤਰ੍ਹਾਂ ਵੀ ਕਹਿ ਲਈਏ ਕਿ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਚੌਥੀ ਸ਼ਤਾਬਦੀ ਮਹਾਂਪੁਰਖਾਂ ਦੀ ਗੁਰੂ ਸਾਹਿਬਾਂ ਦੀ ਹੈ। ਉਸ ਦੇ ਲਈ ਅਸੀਂ ਇਕੱਠ ਹੋਏ ਹਾਂ। ਸਤਿਗੁਰੂ ਕਿਰਪਾ ਕਰੇ, ਸਾਰੇ ਗੱਜ ਬੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਹੀ ਮਹਾਵਾਕਾਂ ਅਨੁਸਾਰ ਕਿ ਸਾਧ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ। ਉਹ ਧਰਤੀ, ਉਹ ਸਰੀਰ, ਉਹ ਆਤਮਾ ਪਵਿੱਤਰ ਹੋ ਜਾਂਦੀ ਹੈ, ਜਿੱਥੇ ਕਿ ਗੁਰੂ ਦਾ ਪ੍ਰਕਾਸ਼ ਹੁੰਦਾ ਹੈ, ਬਾਣੀ ਦਾ ਨਾਮ ਜਪਿਆ ਜਾਂਦਾ ਹੈ। ਇਸੇ ਹੀ ਤਰ੍ਹਾਂ ਜਦੋਂ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਮਾਤਾ ਨਾਨਕੀ ਦੀ ਕੁੱਖੋਂ, ਔਰ ਪਿਤਾ ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘਰੋਂ 1 ਅਪ੍ਰੈਲ 1621 ਵਿਖੇ ਸ਼੍ਰੀ ਅੰਮ੍ਰਿਤਸਰ ਵਿਖੇ ਆਪ ਜੀ ਦਾ ਪ੍ਰਕਾਸ਼ ਆਗਮਨ ਹੋਇਆ। ਕੁਦਰਤੀ ਗੱਲ ਹੈ ਕਿ ਪਰਿਵਾਰਾਂ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ, ਬਾਣੀ ਪੜ੍ਹੀ ਜਾਂਦੀ ਹੈ। ਹੋ ਵੀ ਇਸੇ ਹੀ ਤਰ੍ਹਾਂ ਕਿ ਜਦੋਂ ਕਿ ਆਪ ਜੀ ਦਾ ਪ੍ਰਕਾਸ਼ ਹੋਇਆ, ਆਪ ਦੇ ਘਰ ਦੇ ਵਿੱਚ ਪਹਿਲਾਂ ਹੀ 4 ਵੱਡੇ ਭਰਾਤਾ ਜੀ, ਵੱਡੀ ਭੈਣਾਂ ਵੀ ਸੀਗੀਆਂ। ਅਤੇ ਜਿਸ ਤਰ੍ਹਾਂ ਕਿ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ, ਬਾਬਾ ਅਨਿਲ ਰਾਏ ਜੀ, ਬਾਬਾ ਸੂਰਜਮਲ ਜੀ, ਬਾਬਾ ਅਟਲ ਰਾਏ ਜੀ, ਇਹ 4 ਵੱਡੇ ਭਰਾਤਾ ਸੀਗੇ। ਔਰ ਜਦੋਂ ਕਿ ਆਪ ਜੀ ਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਮਾਤਾ ਨਾਨਕੀ ਦੀ ਕੁੱਖੋਂ ਹੋਇਆ, ਅਤੇ ਆਪ ਜੀ ਦੇ ਪਿਤਾ ਸ਼੍ਰੀ ਹਰਗੋਬਿੰਦ ਸਿੰਘ ਮਹਾਰਾਜ ਛੇਵੇਂ ਪਾਤਸ਼ਾਹੀ ਮਹਾਰਾਜ ਜੀ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਸਾ ਦਾ ਵਾਰ ਦਾ ਕੀਰਤਨ ਦਾ ਆਨੰਦ ਮਾਣ ਰਹੇ ਸੀਗੇ। ਜਦੋਂ ਪਤਾ ਚੱਲਿਆ ਹੈ ਕਿ ਬਾਲਕ ਦਾ ਪ੍ਰਕਾਸ਼ ਹੋਇਆ ਹੈ, ਕੁਦਰਤੀ ਗੱਲ ਹੈ ਕਿ ਸੰਗਤਾਂ ਦੇ ਵਿੱਚ ਵੀ ਉਤਸ਼ਾਹ, ਖੁਸ਼ੀਆਂ ਚੜ੍ਹੀਆਂ ਨੇ। ਅਤੇ ਜਦੋਂ ਕਿ ਆਪ ਜੀ ਆਏ, ਨਵਜੋਤ ਬੱਚੇ, ਨਵੇਂ ਜੰਮੇ ਬੱਚੇ ਨੂੰ ਦੇਖਣ ਦੇ ਲਈ, ਦਰਸ਼ਨ ਕਰਨ ਦੇ ਲਈ ਘਰ ਆਏ ਨੇ। ਧਿਆਨ ਦੇਣਾ ਪਿਆਰੀ ਸੰਗਤ ਜੀਓ, ਕਹਿੰਦੇ ਨੇ ਕਿ ਜਦੋਂ ਆਏ ਤਾਂ ਆਪ ਜੀ ਨੇ 2 ਹੱਥ ਜੋੜ ਕੇ ਨਮਸਕਾਰ ਕੀਤੀ ਉਸ ਬਾਲਕ ਨੂੰ, ਨਵ ਜੰਮੇ ਬੱਚੇ ਨੂੰ, ਬਾਲਕ ਨੂੰ ਨਮਸਕਾਰ ਕੀਤੀ ਹੈ। ਅਤੇ ਹੋਰ ਵੀ ਪਤਵੰਤੇ ਸਿੱਖ ਨਾਲ ਆਪ ਜੀ ਦੇ ਸੀਗੇ, ਤਾਂ ਉਹਨਾਂ ਨੇ ਪੁੱਛਿਆ ਕਿ ਮਹਾਰਾਜ ਜੀ ਆਪ ਜੀ ਨੇ ਇਸ ਤਰ੍ਹਾਂ ਨਮਸਕਾਰ ਕਿਉਂ ਕੀਤੀ ਹੈ? ਤਾਂ ਇਸ ਤਰ੍ਹਾਂ ਉਹਦੇ ਨਾਲ ਆਇਆ ਹੈ ਕਿ ਤਬ ਗੁਰ ਸਿਸ ਕੋ ਬੰਧਨ ਕੀਨੀ, ਅਤ ਹਿਤ ਲਾਏ, ਬੇਦਿਆ ਕਹੇ ਕਸ ਬੰਧਨ ਕੀ ਕਹੋ, ਮੋਹਿ ਸਮਝਾਏ। ਫਿਰ ਦਾਸ ਸਾਹਿਬ ਜੀ ਨਾਲ ਸ਼ਾਨ ਕਰੇਗਾ, तब गुर सिस को बंधन कीनी, अत हित लाए, विद्या कहे कस बंधन की, कहो मोहे समझाए। भाव ਦਾ ਜਿਸ ਤਰ੍ਹਾਂ ਕਿ ਗੁਰੂ ਬਿਲਾਸ ਛੇਵੇਂ ਪਾਤਸ਼ਾਹ ਦੇ ਵਿੱਚ ਬਚਨ ਲਿਖੇ ਹੋਏ ਨੇ ਕਿ ਬਾਬਾ ਬੇਦੀ ਚੰਦ ਜੀ ਗੁਰੂ ਸਾਹਿਬ ਜੀ ਨੂੰ ਪੁੱਛਦੇ ਨੇ, ਕਹਿੰਦੇ ਨੇ, ਬੇਨਤੀ ਕਰਦੇ ਹੈ ਕਿ ਮਹਾਰਾਜ ਜੀ ਆਪ ਜੀ ਨੇ ਇਸ ਬੱਚੇ ਨੂੰ ਹੱਥ ਜੋੜ ਕੇ ਕੀ ਆਖਿਆ ਹੈ? ਕਹਿੰਦੇ ਇਹ ਬਾਲਕ ਜਬਰ ਤੇ ਜ਼ੁਲਮ ਦਾ ਨਾਸ਼ ਕਰੇਗਾ, ਇਹ ਤੁਰਕਾਂ ਦੀਆਂ, ਜ਼ਾਲਮਾਂ ਦੀਆਂ ਜੜ੍ਹਾਂ ਨੂੰ ਪੁੱਟੇਗਾ, ਇਹ ਹਿੰਦ ਦੀ ਚਾਦਰ ਹੈ, ਸਾਰੇ ਧਰਮਾਂ ਦੀ ਰੱਖਿਆ ਕਰੇਗਾ। ਬਹਿ ਕਾਹੂ ਕੋ ਦੇਤ ਨੇ ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨਰੇ ਮਨ ਗਿਆਨੀ ਤਾਹੇ ਬਖਾਨ।
ना ही किसी कोलों डरेगा और ना ही किसी को डराएगा, क्योंकि इनू आत्मिक जीवन की सोच है। मैं अरदास कीती है गुरु नानक दे चरनां दे विच कि इस बालक दे विच इतनी समर्था रखनी कि हर धर्म की रखिया करे, हर एक किसी भी जाति दे नाल दा कोई वितकरा न रहे, और जिथे भी जुलम हुंदा पिया होवेगा उत्थे ये आके अपनी हिम्मत दे नाल ठल पाणगे, और लोड़ पवेगी तो अपना सीस दा भी ये जड़ा हैगा बलिदान कर देंगे। तो बिधि चंद जी नूं यह गल समझ आई कि ये बालक जड़ा है बड़ा ही सूरमा बहादुर है, पहला है संत सिपाही होएगा। ये पूरी उम्र ये अपना नाम सिमरन गुरु नानक दी बाणी दे लड़ लग्या रहेगा। ये जुलम दे नाल जालम दे नाल ये टक्कर लवेगा, और कदे भी किसी नूं ना ही डराएगा तो ना ही किसी दे डर नूं यह मन्नेगा। आखो सतनाम श्री वाहिगुरु। ये बड़े वड्डे भागां वाला बालक है। वैसे तो श्री गुरु हरगोबिंद साहब महाराज दे चारों सपुत्र जड़े वड्डे सी, बीबी वीरो भी जड़ी सीगी, बड़िया ही अच्छियाँ आत्मावां सीगियां, बड़े ही अपने गुरु घर दा गुरु नानक दी बाणी दा बड़ा सत्कार करदे सीगे। वो भी इस ही तरह जड़ो कि जिन्हों के तेग बहादुर भी कहते ने तो त्याग महल भी कहते ने। त्याग महल का मतलब हुंदा है कि आसा मनसा सगल त्यागे जग ते रह निराशा। त्याग महल का मतलब ही हुंदा कि संसार दे विच कि संसार च पदार्थां दे विच रहिंदे होए भी किसी भी पदार्थ नाल मोह नहीं करना। तो श्री हरगोबिंद साहब महाराज ने बिधि चंद नूं समझाया कि यह कौम दे लिए बड़ी वड्डी अगवाही करनगे, ये धर्म की बड़ी वड्डी रख्या करनगे, ये किसी दे अगे आप डरनगे नहीं और ना ही किसी नूं डराउणगे। वो भी इस ही तरह जदों कि आप चढ़दी जवानी विच हाली सीगे, करीब 12 साल की कह लवो या कुछ भी उम्रां दे विच कह लवो, तो जदों कि करतारपुर दे जंग होई है तो श्री हरगोबिंद सिंह महाराज जी भी गए जंग दे विच, बड़ी सूरबीरता दे नाल जंग भी जीती गई है। तो उदों गुरु तेग बहादुर महाराज जी भी जदों कि छोटी ही बड़ी उम्र दे ने, मैं इस करके कह रहा हैगा कि बड़ी सूरपीरता दे नाल, बड़ी चतुरता दे नाल इन्हां ने वो जंग लड़ी है। तुरकां दे पैर उखाड़ दिते, तुरक जड़े सिगे बेवस हो गए, और सारे ही जने देख के गुरसिख पतवंते भी जड़े सिगे तुरक भी देख के हैरान हो गए कि छोटा जा बालक कित्थों आ गया, किदे कोल इतनी शक्ति किस तरह आ गई हैगी कि बालक किस तरह सूरबीरता दे नाल, बड़ी चतुरता दे नाल ਜਿਹੜੇ गुरु पातशाहियां ਹੁੰਦੇ ने, और ਜਾਂ खास करके ये भी कह लो कि 6वें पातशाह महाराज जी आप भी बड़े ध्यान दे नाल देखते पए ने कि बालक दे विच इतनी सूरबीरता चतुरता सियाणप हैगी है कि देख बड़ी सूरबीरता दे नाल चला रहा है, और दुश्मनों की वटो वट कर रहा है, कटा वड करी जा रहा हैगा, या कोई डर नहीं, कोई पैर नहीं हैगा। क्योंकि सिੱਖੀ धर्म का फलसफा ये हुंदा है कि किसी ते वार नहीं करना, पर जे कोई वार करन आया तो फिर उन्होंने बच के जान भी नहीं देना। उन्होंने यहो जिहा सोचना कि फिर उहदे अंदर दिमाग दे विच आज पता चल जाए कि भाई ये मैं जड़ा हैगा जुलम जाबर के मतलब खिलाफ लड़ रहा हैगा या मेरी ये विच हार ही होनी हैगी। तो इतनी तुरकां नूं हार पई, तुरकां नूं इतनी भैड़ी मार पई हैगी है कि तुरक मैदान छड़ के भज गए। इतना तक कई जड़ियाँ लोथां भी सीगियां अपनियां फौजियां दियां, अपनी सैना दियां, सारे दी लोथां भी उत्थे छड़ के भज गए। तो इस तरीके दे नाल कि जदों कि आप जंग दे मैदान च गए ने तो बड़ी सूरबीरता दे नाल लड़ते रहे ने, पर जदों इस तरीके दे नाल आपने जंग लड़ी है, पर मन दे विच बड़ा उपराम आ गया कि संसार दे विच की हुंदा पिया हैगा आ। धर्मां दे नां दे उत्ते, जातियां दे नां दे उत्ते वितकरे पैंदे पए ने, मुश्किलां पै रहीआं, बड़ियां भीड़ां पै रहीआं हैगीआं ने। बहुत ही इन्हां दे उत्ते भी मन दे विच बड़ा ही झटका जिहा लगा है
पर जदों इहो जिहियां पवित्र रूहां हुंदियां ने, ਪਹਿਲਾਂ ਇਹੋ ਜਿਹੀਆਂ रूहां ਜਿਹੜੀਆਂ ਹੁੰਦੀਆਂ ਨੇ ਉਹ ਨਾਮ ਸਿਮਰਨ ਕਰਦੀਆਂ ਨੇ, ਉਹ ਭਗਤੀ ਕਰਦੀਆਂ ਨੇ, ਸੰਸਾਰ ਦੇ ਪਦਾਰਥਾਂ ਦੇ ਮੋਹ ਤੋਂ ਨਿਸ਼ਕਾਮ ਹੋ ਕੇ, ਨਿਹਕੇਵਲ ਹੋ ਕੇ ਆਪਣੇ ਅੰਦਰੋਂ ਪ੍ਰਕਾਸ਼ ਲੈਂਦੇ ਨੇ। ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼। ਹੁਣ ਜੰਗ ਦੇ ਮੈਦਾਨ 'ਚ ਲੜਨਾ, ਸੰਸਾਰ 'ਚ ਦੇ ਵਿੱਚ ਪਾਪ ਦੇ ਖਿਲਾਫ ਲੜਨਾ ਹੈਗਾ ਆ, ਅਤੇ ਕੁਛ ਅੰਦਰੋਂ ਭਾਂਡੇ ਦੇ ਵਿੱਚ ਕੁਛ ਹੋਣਾ ਚਾਹੀਦਾ ਹੈਗਾ ਆ। ਭਾਵੇਂ ਇਹ ਰੂਹ ਜਿਹੜੇ ਸੀਗੇ ਪਿੱਛੋਂ ਇੱਕ ਸੂਰਬੀਰਤਾ ਵਾਲੇ ਰੂਹ ਸੀਗੇ, ਪਰ ਇਹੋ ਜਿਹੀ ਰੂਹਾਂ ਜਿਹੜੀਆਂ ਹੁੰਦੀਆਂ ਨੇ ਕਿ ਸੰਤ ਸਿਪਾਹੀ ਪਹਿਲਾਂ ਬਣਦੇ ਆਪ। ਇਸੇ ਹੀ ਤਰ੍ਹਾਂ ਕਿ ਜਦੋਂ ਆਪ ਹਲੇ ਬਚਪਨੇ ਵਿੱਚ ਹੀ ਸੀਗੇ, ਆਪ ਦੀ ਵਿੱਦਿਆ ਦੇ ਲਈ ਬੜਾ ਹੀ ਉਪਰਾਲੇ ਕੀਤੇ ਗਏ ਨੇ। ਇਸੇ ਹੀ ਤਰ੍ਹਾਂ ਚੰਗੇ ਪਤਵੰਤੇ ਸਿੱਖਾਂ ਨੂੰ ਭਾਈ ਗੁਰਦਾਸ ਜੀ ਆਪ ਜੀ ਨੂੰ ਦੁਨਿਆਵੀ ਵਿੱਦਿਆ ਦੀ ਸਿੱਖਿਆ ਦਿੱਤੀ ਹੈ, ਔਰ ਇਸੇ ਹੀ ਤਰ੍ਹਾਂ ਬਾਬਾ ਬੁੱਢਾ ਜੀ ਨੇ ਆਪ ਜੀ ਨੂੰ ਘੋੜ ਸਵਾਰੀ ਜਾਂ ਹੋਰ ਵੀ ਯੁੱਧ ਦੀ ਜਿਹੜੀਆਂ ਨੀਤੀਆਂ ਸੀਗੀਆਂ ਉਹਦੇ ਬਾਰੇ ਵੀ ਬੜੀ ਅੱਛੀ ਸਿੱਖਿਆ ਦਿੱਤੀ ਹੈਗੀ ਹੈ। ਪਰ ਮਨ ਦੇ ਵਿੱਚ ਇੱਕ ਬਹਿਰਾਗ ਰਹਿੰਦਾ ਹੈ, ਮਨ ਦੇ ਵਿੱਚ ਇੱਕ ਹਮੇਸ਼ਾ ਫਿਕਰ ਇਹੀ ਰਹਿੰਦਾ ਹੈਗਾ ਆ ਕਿ ਸੰਸਾਰ ਦੇ ਵਿੱਚ ਜ਼ੁਲਮ ਬੜਾ ਹੋ ਰਿਹਾ ਹੈ। ਉਹਨਾਂ ਨੂੰ ਅੱਖਾਂ ਰਾਹੀਂ ਦੇਖਣ ਦੀ ਲੋੜ ਨਹੀਂ ਪੈਂਦੀ, ਉਹਨਾਂ ਦੇ ਆਲੇ ਦੁਆਲੇ ਰੂਹਾਂ ਹੀ ਇਹੋ ਜਿਹੀਆਂ ਭਟਕਦੀਆਂ ਹੁੰਦੀਆਂ ਨੇ ਜਿਹੜੀਆਂ ਕਿ ਆ ਕੇ ਕਿਰਪਾ ਕਰਨ ਕਿ ਸਾਡੇ 'ਤੇ ਵੀ ਮਿਹਰਾਂ ਕਰੋ। ਜੇ ਅਗਰ ਸਾਹਮਣੇ ਜਗ੍ਹਾ ਪਈ ਹੈਗੀ ਤਾਂ ਇੱਥੇ ਵੀ ਰੂਹਾਨੀ ਰੂਹਾਂ ਬੈਠੀਆਂ ਨੇ। ਧੰਨ ਧੰਨ ਬਾਬਾ ਸਾਧੂ ਸਿੰਘ ਜੀ ਜਿਹਨਾਂ ਦਾ ਸਥਾਨ ਹੈਗਾ ਗੁਰਦੁਆਰਾ ਨਾਨਕਸਰ 28 ਸੈਕਟਰ ਵਿਖੇ, ਮਹਾਂਪੁਰਖ ਸੰਗਤਾਂ ਵਿੱਚ ਇਹੀ ਬਾਰ-ਬਾਰ ਕਹਿੰਦੇ ਸੀਗੇ ਕਿ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈਗਾ ਆ, ਉੱਥੇ ਰੂਹਾਨੀ ਰੂਹਾਂ ਵੀ ਲੋਚਦੀਆਂ ਨੇ। ਸ਼੍ਰੀ ਹਰਿਮੰਦਰ ਸਾਹਿਬ ਪਰਿਕਰਮਾ ਦੇ ਵਿੱਚ ਵੀ ਚਲੇ ਜਾਵੋ, ਕਈ ਧਰਮਾਂ ਦੀ, ਕਈ ਜਾਤੀਆਂ ਦੀਆਂ ਰੂਹਾਂ ਜਿਹੜੀਆਂ ਉੱਥੇ ਭਟਕਦੀਆਂ ਨੇ, ਲੋਚਦੀਆਂ ਨੇ ਕਿ ਸਾਨੂੰ ਵੀ ਦੀਦਾਰੇ ਗੁਰੂ ਨਾਨਕ ਦੇ, ਸਾਨੂੰ ਵੀ ਬਾਣੀ ਦੇ ਦੀਦਾਰੇ ਹੋਣੇ ਚਾਹੀਦੇ ਨੇ। ਬਾਣੀ ਦੇ ਦੀਦਾਰ ਮੈਂ ਆਪ ਜੀ ਨਾਲ ਸਾਂਝ ਕੀਤੇ ਨੇ, ਕਿਉਂਕਿ ਇਹੋ ਜਿਹੀ ਰੂਹਾਂ ਜਿਹੜੀਆਂ ਹੁੰਦੀਆਂ ਨੇ ਫਿਰ ਲੱਭਦੀਆਂ ਹੈਗੀਆਂ ਨੇ। ਤਾਂ ਜਿਸ ਤਰੀਕੇ ਦੇ ਨਾਲ ਗੁਰੂ ਤੇਗ ਬਹਾਦਰ ਬਾਲ ਅਵਸਥਾ ਵਿੱਚ ਸੀਗੇ, ਤਾਂ ਆਪ ਜੀ ਨੇ ਬਾਬਾ ਬੁੱਢਾ ਜੀ ਦੇ ਕੋਲੋਂ ਘੋੜ ਸਵਾਰੀ ਹੋਰ ਸ਼ਸਤਰ ਵਿੱਦਿਆ ਵੀ ਬੜੇ ਸਿੱਖਿਆ ਲਈ ਹੈ। ਦਾਸ ਵੀ ਅੱਜ ਕੱਲ੍ਹ ਦੇ ਜਵਾਨ ਪੀੜ੍ਹੀਆਂ ਨੂੰ ਮੈਂ ਇਹੀ ਬੇਨਤੀ ਕਰਾਂਗਾ ਕਿ ਜਿੱਥੇ ਵੀ ਤੁਹਾਨੂੰ ਮੌਕਾ ਲੱਗਦਾ ਹੈ, ਜ਼ਰੂਰ ਆਪਣੇ ਸੈਲਫ ਡਿਫੈਂਸ ਦੇ ਲਈ ਸਾਨੂੰ ਗੱਤਕੇ ਜਾਂ ਹੋਰ ਘੋੜ ਸਵਾਰੀ ਜਾਂ ਸ਼ਸਤਰ ਵਿੱਦਿਆ ਦੀ ਜ਼ਰੂਰ ਲੈਣੀ ਚਾਹੀਦੀ। ਕਿ ਕਲਗੀਧਰ ਪਿਤਾ ਨੇ ਸਾਨੂੰ ਇੱਕੋ ਹੀ ਗੱਲ ਕਹੀ ਹੈਗੀ ਹੈ ਕਿ ਅਸੀਂ ਆਪਣੇ ਸ਼ਸਤਰਾਂ ਨੂੰ ਨਾਲ ਰੱਖਣਾ ਹੈ, ਕਿਉਂਕਿ ਸਿੱਖ ਹਰ ਵੇਲੇ ਤਿਆਰ ਪਰ ਤਿਆਰ ਰਹੇ। ਉਹਦੇ ਕੋਲ ਮੇਰੀ ਅਤੇ ਪੀਰੀ ਦੋ ਤਲਵਾਰਾਂ ਉਹਦੇ ਕੋਲ ਹਮੇਸ਼ਾ ਹੋਣੀਆਂ ਚਾਹੀਦੀਆਂ ਨੇ। ਅਤੇ ਜਦੋਂ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਾਲ ਅਵਸਥਾ ਦੇ ਵਿੱਚ ਹੈਗੇ, ਤਾਂ ਬਾਬਾ ਬੁੱਢਾ ਜੀ ਦੇ ਕੋਲੋਂ ਆਪ ਜੀ ਨੇ ਘੋੜ ਸਵਾਰੀ ਹੋਰ ਸ਼ਸਤਰ ਵਿੱਦਿਆ, ਗੱਤਕਾ ਵਗੈਰਾ ਬੜਾ ਕੁਛ ਜਿਹੜਾ ਸੀਗਾ ਵਿਆਮ ਕਰਨੇ, ਜੰਗਲਾਂ 'ਚ ਜਾ ਕੇ ਮੁਕਾਬਲੇ ਕਰਨੇ। ਜਦੋਂ ਇਹੋ ਜਿਹੇ ਮੁਕਾਬਲੇ ਕਰਨੇ ਤਾਂ ਫਿਰ ਉਹਨਾਂ ਦੇ ਉੱਤੇ ਨਾਲੇ ਨਾਲ ਕਦੀ ਉਹਨਾਂ ਦੇ ਇਮਤਿਹਾਨ ਵੀ ਲੈਣੇ ਨੇ, ਨਾਲੇ ਇਮਤਿਹਾਨ ਲੈ ਕੇ ਉਹਨਾਂ ਨੂੰ ਫਿਰ ਯੁੱਧ ਵਿੱਦਿਆ ਵੀ ਸਾਰੀ ਚੰਗੀ ਤਰ੍ਹਾਂ ਦੱਸਣੀ ਹੈਗੀ। ਇਹ ਸਾਰੀਆਂ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਹੋਰ ਪਤਵੰਤੇ ਸਿੱਖ ਸੀਗੇ, ਉਹਨਾਂ ਕੋਲੋਂ ਤੇਗ ਬਹਾਦਰ ਮਹਾਰਾਜ ਜਦੋਂ ਕਿ ਪ੍ਰਕਾਸ਼ ਹੋਇਆ ਨਾ ਦਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਮਾਤਾ ਨਾਨਕੀ ਦੇ ਕੁੱਖੋਂ, ਤਾਂ ਬਚਪਨ 'ਚ ਇਹਨਾਂ ਬੜੀਆਂ ਸਿੱਖਿਆ, ਬੜੀਆਂ ਸੰਥਿਆ ਲਈਆਂ ਹੈਗੀਆਂ ਨੇ। ਔਰ ਮਹਾਰਾਜ ਜੀ ਨੂੰ ਇੱਕ ਗੱਲ ਬੜੀ ਚੰਗੀ ਲੱਗਦੀ ਸੀਗੀ ਕਿ ਜਿਹੜਾ ਸਿੱਖ ਹੈ ਕਦੇ ਵਿਹਲੜ ਨਹੀਂ ਹੋਏਗਾ। ਸਿੱਖ ਜਿਹੜਾ ਹਮੇਸ਼ਾ ਆਪਣੀ ਕਿਰਤ ਕਰੇਗਾ, ਇਹ ਵਿਹਲੜ ਨਹੀਂ, ਆਪਣੀ ਜ਼ਿੰਦਗੀ ਦਾ ਨਿਰਵਾਹ ਕਰੇਗਾ, ਇਹ ਰੱਖਿਆ ਕਰੇਗਾ ਆਪਣਾ ਸੱਤ ਧਰਮ ਦੀ, ਜ਼ਾਲਮ ਦਾ ਨਾਸ਼ ਕਰੇਗਾ, ਜ਼ੁਲਮ ਦੇ ਨਾਲ ਟਾਕਰਾ ਕਰੇਗਾ। ਜੋ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਰਦਾਸ ਕੀਤੀ ਸੀਗੀ ਇਹਦੇ ਜੰਮਣ ਦੇ ਵੇਲੇ, ਉਹਦੇ ਉੱਤੇ ਵੀ ਗੁਰੂ ਨਾਨਕ ਸਾਹਿਬ ਨੇ ਆਪਣੇ ਬਾਲਕ ਦੇ ਉੱਤੇ ਪੂਰਾ ਪਹਿਰਾ ਰੱਖਿਆ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਕਿ ਜਦੋਂ ਕਿ ਆਪ ਜੀ ਦੇਖਦੇ ਸੀ ਕਿ ਬਾਬਾ ਬੁੱਢਾ ਜੀ ਬਿਰਧ ਅਵਸਥਾ ਦੇ ਵਿੱਚ, ਵਡੇਰੀ ਉਮਰ ਦੇ ਵਿੱਚ
ਬਾਬਾ ਬੁੱਢਾ ਜੀ ਆਪ ਕਿਰਤ ਕਰ ਰਹੇ ਨੇ, ਖੇਤੀਬਾੜੀ ਕਰ ਰਹੇ ਹੈ, ਦਸਾਂ ਨੂੰਹਾਂ ਦੇ ਕਿਰਤ ਕਰ ਰਹੇ ਨੇ। ਕਿਉਂਕਿ ਜਿਸ ਤਰ੍ਹਾਂ ਨਾਲ ਆਪ ਜੀ ਨਾਲ ਮੈਂ ਪਹਿਲਾਂ ਵੀ ਕਿਹਾ ਕਿ ਵਿਹਲੜ ਨਹੀਂ ਸਿੱਖੀ ਦਿੰਦੀ ਹੈਗੀ। ਸਿੱਖ ਜਿਹੜਾ ਹੈਗਾ ਆ, ਮੈਂ ਇਹਨਾਂ ਦੀਵਾਨਾਂ ਦੇ ਪਹਿਲਾਂ ਵੀ ਬੜੀ ਵਾਰੀ ਆਪ ਜੀ ਨੂੰ ਮੈਂ ਬਚਨ ਕਰ ਚੁੱਕਿਆ ਹੈਗਾ ਆ ਕਿ ਸਿੱਖ ਜਿਹੜਾ ਹੈਗਾ ਭਾਵੇਂ ਰਿਟਾਇਰ ਵੀ ਹੋ ਜਾਂਦਾ ਹੈ, ਪੈਨਸ਼ਨ ਵੀ ਲੈਂਦਾ ਹੈ, ਮਾਇਆ ਦੇ ਵੀ ਚੰਗੇ ਖੁੱਲ੍ਹੇ ਗਫੇ ਘਰ 'ਚ ਹੈਗੇ ਨੇ, ਪਰ ਫਿਰ ਵੀ ਸਿੱਖ ਨੇ ਕਦੇ ਰਿਟਾਇਰ ਨਹੀਂ ਹੋਣਾ। ਮੇਰੀਆਂ ਭੈਣਾਂ ਨੇ ਵੀ ਕਦੇ ਜ਼ਿੰਦਗੀ ਵਿੱਚ ਰਿਟਾਇਰ ਨਹੀਂ ਹੋਣਾ। ਰਿਟਾਇਰ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸਿਰਫ ਮਾਇਆ ਦੇ ਲਈ ਕੰਮ ਕਰਨਾ ਜ਼ਿੰਦਗੀ ਵਿੱਚ। ਅੱਜ ਦੁਨੀਆ 'ਚ ਜਿਹੜੇ ਵੱਡੇ ਵੱਡੇ ਬੰਦੇ ਨੇ, ਬਹੁਤ ਵੱਡੇ ਵੱਡੇ ਅਮੀਰ ਲੋਕ ਹੈਗੇ ਨੇ, ਵਾਰਨ ਬੁਫੇ ਜੈਸੇ ਜਾਂ ਮਾਈਕਰੋਸਾਫਟ ਦਾ ਜਿਹੜਾ ਮਾਲਕ ਵਗੈਰਾ ਹੈਗੇ ਨੇ, ਇਹ ਜਿਹੜੇ ਕਮਾਉਂਦੇ ਨੇ, ਕਮਾ ਕੇ ਫਿਰ ਮਿਲੀਅਨਸ ਆਫ ਡਾਲਰ, ਮੈਂ ਮਿਲੀਅਨਸ ਨਾ ਕਹਾਂ, ਕਈ ਕਰੋੜਾਂ ਹਜ਼ਾਰਾਂ ਕਰੋੜਾਂ ਦਾ ਇਹ ਰੁਪਏ ਦਾ ਦਾਨ ਕਰਦੇ ਨੇ। ਜਿਸ ਤਰ੍ਹਾਂ ਕਿ ਬਿਲ ਗੇਟ ਜੈਸੇ ਕਹਿ ਲਵੋ, ਰਤਨ ਟਾਟਾ ਸਾਡੇ ਹਿੰਦੁਸਤਾਨ ਦੇ 'ਚ ਕਹਿ ਲਵੋ, ਇਹ ਲੋਕ ਕਰੋੜਾਂ ਰੁਪਏ ਦਾ ਦਾਨ ਕਰਦੇ ਨੇ। ਅਤੇ ਇਸੇ ਹੀ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇੱਕ ਗੱਲ ਬੜੀ ਚੰਗੀ ਲੱਗੀ ਕਿ ਜਿਸ ਤਰ੍ਹਾਂ ਬਾਬਾ ਬੁੱਢਾ ਜੀ ਦਸਾਂ ਨੂੰਹਾਂ ਦੀ ਕਿਰਤ ਕਰਦੇ ਪਏ ਨੇ, ਤਾਂ ਕਹਿੰਦੇ ਕਿ ਇਸੇ ਹੀ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਆਪਣੀ 4 ਉਦਾਸੀਆਂ ਦੇ ਬਾਅਦ, ਜਦੋਂ ਕਿ ਅਖੀਰਲੇ ਸਮੇਂ ਜਿਸ ਤਕਰੀਬਨ 18 ਸਾਲ ਕਰਤਾਰਪੁਰ ਵਿਖੇ, ਨਾਲੇ ਤਾਂ ਕਰਤਾਰਪੁਰ ਦਾ ਨਗਰ ਵਸਾਇਆ ਹੈ ਅਤੇ ਨਾਲੇ ਉੱਥੇ ਆਪ ਜੀ ਖੇਤੀਬਾੜੀ ਕਰਦੇ ਨੇ। ਇਹ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਤਰ੍ਹਾਂ ਸੰਗਤਾਂ ਨੂੰ ਵਿਚਾਰ ਦੱਸਦੇ ਹੈਗੇ ਨੇ, ਕਿਉਂਕਿ ਆਪ ਜੀ ਨੇ ਅੱਗੇ ਜਾ ਕੇ ਫਿਰ ਜਾ ਕੇ ਵਡੇਰੀ ਉਮਰ 'ਚ ਜਾ ਕੇ ਫਿਰ ਇਹਨਾਂ ਨੇ ਜਪ ਤਪ ਵੀ ਕਰਨਾ ਹੈਗਾ, ਤਾਂ ਉਸੇ ਵੇਲੇ ਇਹੀ ਕਹਿੰਦੇ ਹੈਗੇ ਨੇ ਕਿ ਭਾਈ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਖੇਤੀਬਾੜੀ ਕੀਤੀ ਹੈ, ਉਸ ਖੇਤੀਬਾੜੀ ਦੀ ਕਮਾਈ ਦੇ ਵਿੱਚੋਂ, ਇਨਕਮ ਦੇ ਵਿੱਚੋਂ 3 ਹਿੱਸੇ ਕੱਢਦੇ ਸੀਗੇ। ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸੇ ਤਰ੍ਹਾਂ ਸਮੇਂ ਪੈਣ ਨਾਲ ਸੰਗਤਾਂ ਨੂੰ ਦੱਸਦੇ ਸੀਗੇ ਕਿ ਉਹ 3 ਹਿੱਸੇ ਕਰਦੇ ਸੀ ਗੁਰੂ ਨਾਨਕ ਸਾਹਿਬ ਜੀ। ਪਹਿਲਾ ਹਿੱਸਾ ਜਿਹੜਾ ਸੀਗਾ ਗਰੀਬਾਂ ਜਾਂ ਲੋੜਮੰਦਾਂ 'ਚ ਵਰਤਦੇ ਸੀਗੇ। ਦੂਜਾ ਹਿੱਸਾ ਸੀਗਾ ਗੁਰੂ ਕੇ ਲੰਗਰ 'ਚ ਵਰਤਾਉਂਦੇ ਸੀਗੇ, ਔਰ ਤੀਜਾ ਹਿੱਸਾ ਹੁੰਦਾ ਸੀਗਾ ਆਪਣੇ ਪਰਿਵਾਰ 'ਚ ਵਰਤਦੇ ਸੀਗੇ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਕਹਿਣ ਦਾ ਭਾਵ ਇਹ ਸੀਗਾ ਕਿ ਆਪ ਦੇ ਮਨ ਦੇ ਵਿੱਚ ਇਹੀ ਸੀਗਾ ਕਿ ਸਿੱਖ ਜਿਹੜਾ ਹੈਗਾ ਆ ਹਰ ਪਹਿਲੂ 'ਤੇ ਅੱਗੇ ਹੋਵੇਗਾ। ਅੱਜ ਜਿਸ ਤਰ੍ਹਾਂ ਕਿ ਸੰਸਾਰ 'ਚ ਮਹਾਮਾਰੀ ਹੈ, ਔਰ ਸਿੱਖ ਜਿਹੜੇ ਨੇ ਆਪਣਾ ਦਸਵੰਤ ਜਿਹੜਾ ਹੈਗਾ, ਜਿੱਥੇ ਕਿ ਸਵਾਂਸਾਂ ਦਾ ਦਸਵੰਤ ਦੇਣਾ ਹੈਗਾ ਆ, ਆਪਣੀ ਦਸਾਂ ਨੂੰਹਾਂ ਦਾ ਕਿਰਤ ਦਾ ਵੀ ਦਸਵੰਤ ਦਿੰਦਾ ਹੈਗਾ ਆ। ਤਾਂ ਹੀ ਦੇਖ ਲਓ ਕਿ ਸਰਕਾਰਾਂ ਫੇਲ ਹੋ ਗਈਆਂ ਨੇ, ਪਰ ਸਿੱਖ ਜਿਹੜਾ ਹੈਗਾ ਭਾਵੇਂ ਕਿਤਨੇ ਵੀ ਇਹ 'ਤੇ ਵਿਤਕਰੇ ਕੀਤੇ ਨੇ, ਇਹਨੇ ਤਾਂ ਆਕਸੀਜਨ ਦੇ ਲੰਗਰ ਵੀ ਲਗਾਏ ਨੇ, ਇਹਨੇ ਕੜਾ ਪ੍ਰਸ਼ਾਦ ਨੇ, ਪ੍ਰਸ਼ਾਦੇ ਦਾ ਲੰਗਰ ਵੀ ਹੈ, ਔਰ ਉਹਨਾਂ ਦੇ ਘਰਾਂ ਵਿੱਚ ਪਹੁੰਚਾਇਆ, ਉਹਨਾਂ ਝੁੱਗੀਆਂ ਵਿੱਚ ਪਹੁੰਚਾਇਆ। ਚਾਹੇ ਉੱਥੇ ਇੱਕ ਬੰਦਾ ਹੈ, 100 ਬੰਦਾ, ਸੈਂਕੜੇ ਬੰਦੇ, ਜੇ ਹਜ਼ਾਰਾਂ ਬੰਦੇ ਨੇ। ਕਮੇਟੀਆਂ ਨੇ ਜਿਹੜੀਆਂ ਸਾਡੀ ਦਿੱਲੀ ਕਮੇਟੀ ਹੈਗੀ, ਅੰਮ੍ਰਿਤਸਰ ਦੀ ਸ਼੍ਰੋਮਣੀ ਕਮੇਟੀ ਆ, ਸਾਰਿਆਂ ਨੇ ਬੱਸਾਂ ਦੀ ਸੇਵਾ ਲਗਾ ਕੇ, ਲੰਗਰ ਸੇਵਾ ਲਗਾ ਕੇ। ਇਹ ਕਿਹੜਾ ਸੀਗਾ? ਇਹ ਗੁਰੂ ਨਾਨਕ ਸਾਹਿਬ ਦਾ ਫਲਸਫਾ ਸੀਗਾ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਜੇ ਵੀ ਕੋਈ ਗੁਰਮੁਖ ਪਿਆਰਾ ਹਾਲੇ ਵੀ ਅਗਰ ਆਪਣਾ ਦਸਾਂ ਨੂੰਹਾਂ ਦਾ ਕਿਰਤ ਦਾ ਦਸਵੰਤ ਨਹੀਂ ਲੈ ਕੇ ਲਾਉਂਦਾ ਭਾਈ, ਇਹ ਬੜੀ ਮਾੜੀ ਗੱਲ ਹੋਵੇਗੀ। ਇਹ ਤੇਰਾ ਦਸਵੰਤ ਜਿਹੜਾ ਦਾਨ ਕੀਤਾ ਹੈ, ਤੈਨੂੰ ਕਈ ਗੁਣਾ ਵਿੱਚ ਜਾ ਕੇ ਤੈਨੂੰ ਇਹਦਾ ਫਲ ਜਾ ਕੇ ਸਮੇਂ ਨਾ ਮਿਲੇਗਾ। ਜਿਸ ਤਰ੍ਹਾਂ ਨਾਲ ਮੈਂ ਪਹਿਲਾਂ ਹੀ ਵਿਚਾਰ ਕੀਤੀਆਂ ਨੇ ਕਿ ਜਿਸ ਤਰ੍ਹਾਂ ਕਿ ਸਗਲ ਸੰਗ ਆਤਮ ਉਦਾਸ ਐਸੇ ਯੁਕਤ ਨਾਨਕ ਰਾਮਦਾਸ, ਸਗਲ ਸੰਗ ਆਤਮ ਉਦਾਸ। ਸੰਸਾਰਿਕ ਪਦਾਰਥਾਂ ਦੇ ਵਿੱਚ ਰਹਿੰਦਿਆਂ, ਪਰਿਵਾਰ 'ਚ ਰਹਿੰਦਿਆਂ ਹੋਇਆਂ ਸਮਾਜ ਦੇ ਕੋਲੋਂ ਆਪਣਾ ਮਨ 'ਚ ਉਪਰਾਮ ਆ ਜਾਂਦਾ ਹੈਗਾ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਵੀ ਐਸਾ ਹੀ ਉਪਰਾਮ ਆ ਗਿਆ। ਇਸ ਤਰ੍ਹਾਂ ਜਦੋਂ ਸਮਾਜ ਦੇ ਵਿੱਚ ਲੋਕਾਂ ਨੇ ਕੁਛ ਤਾਨੇ ਮਾਰੇ ਜਾਂ ਕੁਛ ਗੱਲ ਕਹੀ ਹੈਗੀ ਹੈ, ਆਪ ਆਪਣੇ ਨਾਨਕੇ ਪਿੰਡ ਬਕਾਲਾ ਵਿਖੇ
ਭੋਰੇ ਵਿੱਚ ਜਾ ਕੇ 26 ਸਾਲ ਆਪ ਜੀ ਨੇ ਤਪ ਕੀਤਾ। ਜਿਤਨੇ ਵੀ ਮਹਾਂਪੁਰਖ ਹੁੰਦੇ ਨੇ ਕਿ ਬਾਬਾ ਦੀਪ ਸਿੰਘ ਜੀ ਕਹਿ ਲਓ ਜਾਂ ਭਾਈ ਮਨੀ ਸਿੰਘ ਜੀ ਕਹਿ ਲਓ, ਜਿਤਨੇ ਵੀ ਕਹਿ ਲਵੋ, ਇਹਨਾਂ ਦੇ ਪਹਿਲਾਂ ਭਗਤੀ ਹੁੰਦੀ ਹੈ। ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਕਹਿ ਲਓ, ਬਾਬਾ ਈਸ਼ਰ ਸਿੰਘ ਜੀ ਕਹਿ ਲਓ, ਜਿਹਦੀ ਮਰਜ਼ੀ ਮਿਸਾਲ ਲੈ ਲਵੋ, ਇਹਨਾਂ ਕੋਲ ਪਹਿਲਾਂ ਭਗਤੀ ਹੁੰਦੀ ਹੈ। ਭਗਤੀ ਕਰਕੇ ਫਿਰ ਇਹਨਾਂ ਦੇ ਅੰਦਰੋਂ ਸ਼ਕਤੀਆਂ ਆਉਂਦੀਆਂ ਨੇ। ਸ਼ਕਤੀਆਂ ਜਾਂ ਤਾਂ ਬਖਸ਼ਿਸ਼ਾਂ ਮਿਲ ਜਾਂਦੀਆਂ ਨੇ ਜਾਂ ਫਿਰ ਨਾਮ ਜਪ ਕੇ ਚੰਗੇ ਕਰਮ ਕਰਕੇ। ਇਸੇ ਹੀ ਤਰ੍ਹਾਂ ਆਪ ਜੀ ਦੇ ਅੰਦਰ ਭਗਤੀ ਰਾਹੀਂ ਸ਼ਕਤੀ ਆਈ ਨੇ। ਕੋਈ ਸੰਸਾਰ ਦੇ ਪਦਾਰਥ ਨਾਲ ਕੋਈ ਮੋਹ ਨਹੀਂ ਰੱਖਿਆ, ਕੁਛ ਨਹੀਂ ਕਿ 26 ਸਾਲ। ਔਰ ਮਾਤਾ ਜੀ ਨੇ ਵੀ, ਨਾਨਕੀ ਜੀ ਨੇ ਵੀ ਬਕਾਇਦਾ ਉਹਦੇ 'ਤੇ, ਮਾਤਾ ਗੁਜਰ ਜੀ ਵੀ ਜਿਹੜੇ ਸੀਗੇ ਘਰੋਂ ਇਹਨਾਂ ਦੇ ਮਹਿਲ ਸੀਗੇ, ਪੂਰਾ ਉਹਨਾਂ ਨੇ ਵੀ ਨਾਲ ਮਰਿਆਦਾ ਰੱਖੀ ਹੈ। ਇਹਨਾਂ ਦੀ ਭਗਤੀ ਵਿੱਚ ਕੋਈ ਬੇਗਾਨ ਨਹੀਂ ਪੈਣ ਦਿੱਤਾ। ਨਹੀਂ ਤਾਂ ਆਮ ਤੌਰ 'ਤੇ ਆਪ ਜੀ ਨੂੰ ਪਤਾ ਹੈ ਕਿ ਜਨਾਨੀਆਂ ਵੀ ਥੋੜ੍ਹੀਆਂ, ਇਸਤਰੀਆਂ ਵੀ ਜਿਹੜੀਆਂ ਹੁੰਦੀਆਂ ਹੈ ਕਿ ਚਾਹੁੰਦੀਆਂ ਕਿ ਚਲੋ ਕੋਈ ਸਮਾਜ ਦੇ ਵਿੱਚ ਸਾਡਾ ਕੁਝ ਲੈਣਾ ਦੇਣਾ, ਕੋਈ ਜਨਮ ਮਰਨ, ਕੋਈ ਸੁੱਖ ਦੁੱਖ, ਕੋਈ ਨਾ ਕੋਈ ਹੁੰਦੇ ਨੇ ਕਾਰ ਵਿਹਾਰ। ਪਰ ਮਾਤਾ ਗੁਜਰ ਜੀ ਕਹਿ ਲਵੋ ਜਾਂ ਮਾਤਾ ਨਾਨਕੀ ਜੀ ਕਹਿ ਲਓ, ਕਿਸੇ ਨੇ ਵੀ ਕੋਈ ਇਹੋ ਜਿਹਾ ਨਹੀਂ। ਇਹਨਾਂ ਦੇ ਭਗਤੀ ਦੇ ਵਿੱਚ ਹਮੇਸ਼ਾ ਵੱਧ ਤੋਂ ਵੱਧ ਇਹਨਾਂ ਨੂੰ ਸਾਥ ਦਿੱਤਾ ਹੈਗਾ ਆ। ਔਰ ਜਦੋਂ ਭਗਤੀ ਕਰਦੇ ਗਏ ਨੇ, ਉਦੋਂ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼, ਗੁਰੂ ਨਾਨਕ ਸਾਹਿਬ ਦੀ ਰਹਿਮਤ, ਆਪ ਸੰਸਾਰ ਦੇ ਜਿਹੜੇ ਪੀੜਾ ਸੀਗੇ ਆਪ ਦੇ ਅੰਦਰੋਂ ਸਭ ਨਜ਼ਰ ਆ ਰਹੀਆਂ ਸੀ ਕਿ ਸੰਸਾਰ 'ਚ ਕਿੱਦਾਂ ਮੁਸ਼ਕਿਲਾਂ ਪੈ ਰਹੀਆਂ, ਕਿਸ ਤਰ੍ਹਾਂ ਕੁਰਾਹੇ ਪੈ ਰਹੇ ਨੇ, ਕਿਸ ਤਰ੍ਹਾਂ ਜ਼ੁਲਮ ਹੁੰਦੇ ਪਏ ਨੇ। ਇਹ ਭਗਤ ਜਨ ਜਿਹੜੇ ਹੁੰਦੇ ਨੇ, ਇਹਨਾਂ ਨੂੰ ਸੰਸਾਰ ਦੀ ਸਾਰੀ ਖਬਰ ਹੁੰਦੀ ਹੈ। ਅਗਰ ਬਾਬਾ ਨੰਦ ਸਿੰਘ ਜੀ ਦੇ ਕੋਲ ਕੋਈ ਵੀ ਅਗਰ ਜਗਿਆਸੂ ਆਪਣੇ ਮਨ ਦੇ 'ਚ ਕੋਈ ਵੀ ਗੱਲ ਰੱਖ ਕੇ ਆਂਦਾ ਸੀਗਾ ਨਾ ਕਿ ਮੈਂ ਤਾਂ ਬਾਬਾ ਜੀ ਦੇ ਕੋਲ ਤਾਂ ਜਾਵਾਂਗੇ ਜੇ ਬਾਬਾ ਜੀ ਮੇਰੀ ਇਹ ਮੁਸ਼ਕਲ ਨੂੰ ਆਪ ਸਮਝ ਜਾਣ। ਕਿਤਨੇ ਵੀ ਇਹੋ ਜਿਹੇ ਸਾਖੀਆਂ ਪ੍ਰਮਾਣ ਦੇਖ ਲਵੋ ਕਿ ਬਾਬਾ ਜੀ ਦੇ ਕੋਲ ਕੋਈ ਵੀ ਆਇਆ ਹੈਗਾ ਆ ਤੇ ਬਾਬਾ ਜੀ ਨੇ ਉਹਦੀਆਂ ਅੰਤਰਜਾਮਤਾ ਦੇ ਨਾਲ ਪਹਿਚਾਨ ਲਿਆ ਹੈਗਾ ਆ। ਤੇ ਇਸੇ ਹੀ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੀ ਜਿਸ ਤਰ੍ਹਾਂ ਕਿ ਸ਼ਬਦ ਦੇ ਵਿੱਚ ਵੀ ਉਚਾਰਿਆ ਹੈਗਾ, 633 ਅੰਕ ਤੇ ਸੋਰਠ ਰਾਗ ਦੇ ਵਿੱਚ ਆਉਂਦਾ ਹੈਗਾ ਆ। ਹੁਣ ਇੱਕ ਜਗਿਆਸੂ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ। ਜੇ ਅਸੀਂ ਪ੍ਰਕਾਸ਼ ਦਿਹਾੜੇ ਮਨਾ ਰਹੇ ਹੈਗੇ ਆ ਤੇ ਇਹਨਾਂ ਦਾ ਮਤਲਬ ਇਹ ਹੈ ਕਿ ਸਾਨੂੰ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਦਾਸ ਨੇ ਕੱਲ੍ਹ ਵੀ ਵਿਚਾਰ ਲਈ ਸੀਗੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਤੁਸੀਂ ਧਿਆਨ ਦੇਣਾ ਪਿਆਰਿਓ, ਜਗਿਆਸੂ ਨੇ ਆਪਣੇ ਅੰਦਰੋਂ ਕਿਹੋ ਜਿਹਾ ਬਣਨਾ ਹੈ। ਜੇ ਤੁਸੀਂ ਭਾਈ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਤਾਬਦੀ ਮਨਾ ਰਹੇ ਹੈਗੇ ਹੋ ਤੇ ਆਪਣੇ ਮਨ ਦੇ ਵਿੱਚ ਇਹੋ ਜਿਹੀਆਂ ਵਿਚਾਰਾਂ ਲੈ ਕੇ ਜਾਣੀਆਂ ਨੇ, ਕਿਉਂਕਿ ਵੱਡੇ ਚਾਰ ਭਰਾਤਾ ਜੀ ਵੀ ਨੇ, ਬੀਬੀ ਵੀਰੋ ਜੀ ਵੀ ਨੇ, ਆਪ ਆਪਣੇ ਨਾਨਕੇ ਪਿੰਡ ਵਿਖੇ ਜਾ ਕੇ ਭੋਰੇ ਵਿੱਚ ਜਪ ਤਪ ਕਰਦੇ ਨੇ, ਸਿਮਰਨ ਕਰ ਰਹੇ ਨੇ। ਔਰ ਜਿਹਨਾਂ ਦੇ ਬੇੜੇ ਡੁੱਬਦੇ ਪਏ ਨੇ ਉਹਦੇ ਬੇੜੇ ਵੀ ਪਾਰ ਕਰਦੇ ਪਏ ਨੇ, ਜਦੋਂ ਮੱਖਣ ਸ਼ਾਹ ਲੁਬਾਣਾ ਦੇ ਵੀ ਮਿਸਾਲ ਆਉਂਦੀ ਹੈਗੀ ਹੈ। ਅਤੇ ਇਸੇ ਤਰ੍ਹਾਂ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਕਿ ਸਾਡੇ ਕਿਸੇ ਕੋਲ ਜੀਵਨ 'ਚ ਗੱਲ ਆਏਗੀ ਮਾੜਿਆ ਦੁੱਖ ਹੋਵੇਗਾ ਜੇ ਸਾਰੇ ਸੰਸਾਰ ਦੇ ਵਿੱਚ ਲੋਕਾਂ ਦੇ ਢੂੰਡੇ ਪਿਟਾਂਗੇ ਕਿ ਮੇਰੇ 'ਤੇ ਫਲਾਣੇ ਨੇ ਬੜਾ ਜ਼ੁਲਮ ਕਰਤਾ, ਮੇਰੇ 'ਤੇ ਫਲਾਣੇ ਨੇ ਬੜਾ ਭੈੜਾ ਕੰਮ ਕਰ ਦਿੱਤਾ ਹੈਗਾ ਆ। ਪਰ ਜਿਹੜਾ ਇਨਸਾਨ ਅੰਦਰੋਂ ਦੁੱਖ, ਭਾਵੇਂ ਦੁਖੀ ਵੀ ਹੋਵੇਗਾ ਪਰ ਦੁੱਖ, ਕਿਉਂਕਿ ਦੁੱਖ ਆਉਣਾ ਹੈ, ਜਿੱਥੇ ਦੁੱਖ ਆਉਣਾ ਉੱਥੇ ਦੁੱਖ ਦੇ ਨਾਲ ਸੁੱਖ ਵੀ ਆਉਣਾ। ਭਾਈ ਇੱਕ ਜ਼ਿੰਦਗੀ ਦਾ ਫਲਸਫਾ ਧਿਆਨ ਰੱਖ ਲੈਣਾ ਕਿ ਜਿੱਥੇ ਸਾਨੂੰ ਸੰਸਾਰ 'ਚ ਦੁੱਖ ਹੈਗਾ ਉੱਥੇ ਸੁੱਖ ਵੀ ਆਏਗਾ। ਔਰ ਇਹ ਤਾਂ ਹੁੰਦਾ ਹੈ ਕਿਉਂਕਿ ਸਾਡੇ ਅੰਦਰ ਦੇਣ ਦੀ ਕੋਈ ਸਮਰੱਥਾ ਨਹੀਂ। ਹੁਣ ਕੋਈ ਗਰੀਬ ਬੰਦਾ ਕਹਿੰਦਾ ਕਿ ਮੈਂ ਕੀ ਦੇਵਾਂ, ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਤੇਰੇ ਇੱਕ ਚਿਹਰੇ ਦੀ ਸਮਾਈਲ ਵੀ ਜਿਹੜੀ ਹੈ, ਜਦੋਂ ਮਹਾਂਪੁਰਖਾਂ ਦੇ ਕੋਲ ਜਾਓ ਤੇ ਮਹਾਂਪੁਰਖ ਇਹ ਨਹੀਂ ਕਹਿਣਗੇ ਕਿ ਠੀਕ ਹੈ ਵੀ ਫਲਾਨਾ। ਮਹਾਂਪੁਰਖਾਂ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਸਾਰੀਆਂ ਬਰਕਤਾਂ ਸਾਡੇ ਜੀਵਨ 'ਚ ਪਾ ਦੇਣੀਆਂ ਨੇ। ਮੈਨੂੰ ਇੱਕ ਗੱਲ ਥੋੜ੍ਹੀ ਛੋਟੀ ਸਾਖੀ ਯਾਦ ਆਈ ਹੈ ਕਿ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਸਮੇਂ ਦੇ ਸੰਪਟ ਪਾਠ ਚੱਲਦੇ ਪਏ ਨੇ, 26-27 ਦਿਨ ਜਿਹੜੇ ਪਾਠ ਹੁੰਦੇ ਨੇ। ਹੁਣ ਆਪ ਜੀ ਨੂੰ ਪਤਾ ਕਿ ਸੰਨ 1950-55 'ਚ ਕੋਈ ਲਾਈਟਾਂ ਵਗੈਰਾ ਬਹੁਤੇ ਵੱਡੇ ਬੰਦੋਬਸਤ ਨਾਲ ਟਰਾਂਸਫਾਰਮ ਵਗੈਰਾ ਹੁੰਦੇ ਸੀਗੇ। ਤੇ ਪਾਠਾਂ ਦੀ ਡਿਊਟੀ 'ਤੇ ਇੱਕ ਬੱਚਾ ਵੀ ਬੈਠਾ ਹੋਇਆ ਸੀਗਾ
छोटा जिहा बालक, उम्र का छोटा 10-12 साल का होना, क्योंकि हाली उदों पाकिस्तान भी अपना नवा ही बनया सीगा। ते पाठी वो पाठ कर रहा है। पाठ करद्या करद्या उन्होंने कुछ रूहां नज़र आंदियां ने, दृष्टि विच आंदियां ने। एक बालक पाठी है, पाठ कर रहा है, कुछ रूहां उन्होंने नज़र आंदियां ने, और रूहां उन्होंने कहंदियां कि बेटा असी तेरे माता पिता हाँ, असी पाकिस्तान दे गदर दे विच लड़ाई दे विच मारे गए हाँ, सानू हाली मुक्ति नहीं मिली। बेटा तू साडे नमत पाठ करेगा, बेटा तू साडे नमत बाबा जी नूं बेनती करेगा कि साडी जिहड़ी पीड़ा जन्म मरण दा असीं भटकदे पए हाँ, बेटा तू किरपा करेगा। ये शक्तियाँ मिलदियां ने बाणी चों, ये नाम चों, इस सिमरन दे विचों। एक 10-12 साल का बालक है, हली नवां नवां पाकिस्तान बनिया हैगा आ, बालक बैठा हैगा आ, पाठ करदा पिया, पाठां दी ड्यूटी लगांदा पिया हैगा, जिहड़े जपजी साहिब दे पाठ नाल हुंदे ने। ते ओह कहंदा मैनूं की पता कि तुसीं मेरे माता पिता हो। हुण बच्चे नूं भी शंका है ना कि कौन हो सकदा हैगा। उन्होंने माता पिता ने सामने गुरु ग्रंथ साहिब दे सामने दोनों माता पिता नूं झलक दिखाई शरीर दी। बेटे नूं बड़ा एक दुख भी लगा कि मेरे माता पिता दे चंगे भगती शक्ति वाले सीगे, पाठ पूजा करने वाले सीगे, सिमरन करदे सी, अमृत वेले उठ के सारा जप तप करदे सी, ते इन्हां नाल की भाना वरत गया। कहंदा ठीक है जी। पाठां दी ड्यूटियां कीतियां, ड्यूटी करन दे बाद बाबा ईसर सिंह जी दे महाराज जी दे कोल गया। ध्यान देना, मैं जिहड़ी गल ते जोर देना हैगा। बाबा ईसर सिंह जी ने बालक ने बेनती की, गरीब निवाज गुरुदेव पिता महाराज जी, आप जी की बड़ी किरपा है, रहमत है, आप संगतां दे उत्ते रहमतां करके इहो जे पाठां दी सेवावां करदे पए ने, संसार दा कल्याण करदे पए हो, भलाई करदे पए हैगे हो। बाबा जी मेरी एक बेनती है। बेटा की गल है? बाबा ईसर जी समाधि च बैठे ने, अक्खां नहीं खोलियां, अक्खां नहीं खोलियां, समाधि बैठे ने। बेटा की गल है? कह जी मेरे पिता माता पिता पाकिस्तान दे गदर च मारे गए सीगे, उन्हां दी रूहां भटकदियां पईयां ने, पाठां दे आले दुआले आंदे ने, मनु दर्शन दिंदे ने, और मनु कहंदे कि बाबा जी नूं बेनती करके तू उन्हां नूं कह के भी सानूं मुक्ति बख्शो। जदों एक दो बारी बालक ने इन्ने के गल कीती है तो बाबा ईसर सिंह जी महाराज जी ने पहला गुरु नानक दे चरनां च अरदास की। पहला बाबा जी ने अरदास की, क्योंकि महापुरुख जिहड़े हुंदे ने सीधे अकाल पुरख नाल जुड़े हुंदे ने, हर वेले अकाल पुरख दे नाल जुड़े हुंदे ने। उधर चरनां विचों अरदास की, किरपा दृष्टि की बालक दे उत्ते, और कहता कि गुरु नानक भले करेगा, जा अरदास कर जाके। ध्यान देना, जदों असी गुरु घर दे विच आने हैगे आ, सानू गनमैन लियाउण दी लोड़ नहीं, सानू शाहूकारी लियाउण दी लोड़ नहीं। इत्थे सादगे सुभाव दे चिट्टे सादे कपड़े पा के, इहो जे साडे कपड़े होण कि सानू राम चेते आवे ना कि काम चेते आवे। ते जदों कि वो बच्चा फिर बाबा जी दे चरनां दे च आया, ध्यान देना बड़ी जरूरी गल आप जी नूं साझ कर रहा। वो जिद्दां ही बच्चे ने फिर गुरु नानक साहब के चरणों च मत्था टेक के अरदास कीते, गरीब निवाज कृपा करो, मेरे माता पिता नूं मुक्ति बख्शो। बच्चे का अपना जीवन बड़ा उच्चा सीगा, मेरे पिछे बिहंगम बैठे ने, बड़ा उच्चा जीवन इन्हां दा। जिस तरह के बाबा साधु सिंह जी ने बाबा ईसर सिंह की 7 साल गड़वाई की सेवा की, बाबा ईसर सिंह की 20 साल की है, सारी उम्र उन्होंने बाबा साधु सिंह जी ने सेवा की हैगी आ। वो जिद्दां ही बच्चे ने अरदास की है, सचखंड चो विवान आया, आके ते माता पिता नूं नाल लैके विवान बड़ा चंगा सजिया है, उस विवान दे च बिठा के ते नाल ही माता पिता बच्चे नूं कहंदे कि बेटा तेरा बड़ा धन्नवाद है, बेटा तू बाबा जी नूं बेनती करवाई है, तू बाबा जी दे लाड़े लगा है, तू इस लाड़ दे नाल लगा रवी।
ਜਦੋਂ ਅਸੀਂ ਪ੍ਰਕਾਸ਼ ਦਿਹਾੜੇ ਮਨਾਉਂਦੇ ਤਾਂ ਇਹੋ ਜਿਹੇ ਗੁਰਬਾਣੀ ਦੇ ਸਾਡੇ ਕੋਲ ਟੇਕਾਂ ਹੋਣੀਆਂ ਚਾਹੀਦੀਆਂ ਨੇ। ਤੇ ਬਾਬਾ ਜੀ ਦੇ ਕਹਿ ਚਰਨਾਂ 'ਚ ਬੇਨਤੀ ਕੀਤੀ। ਬਾਬਾ ਜੀ ਨੇ ਗੁਰੂ ਨਾਨਕ ਦੇ ਚਰਨ 'ਚ ਅਰਦਾਸ ਕੀਤੀ। ਬੱਚੇ ਨੇ ਆ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ। ਹੂਬ ਉਸੇ ਵੇਲੇ ਮਾਤਾ ਪਿਤਾ ਦੇ ਬੱਚੇ ਨੂੰ ਆਵਾਜ਼ ਆਏਗੀ ਕਿ ਬੇਟਾ ਤੇਰਾ ਬਹੁਤ ਬਹੁਤ ਧੰਨਵਾਦ, ਸਾਨੂੰ ਸੱਚਖੰਡ ਤੋਂ ਬੇਬਾਨ ਆ ਗਿਆ ਸੇ, ਬੇਬਾਨ 'ਚ ਬੈਠ ਕੇ ਸੱਚਖੰਡ ਜਾਣ ਲੱਗੇ ਹੈ, ਪਰ ਤੂੰ ਇਸ ਗੁਰੂ ਨਾਨਕ ਦੇ ਲੜ ਲੱਗਾ ਰਵੀਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤਾਂ ਹੀ ਬਣ ਜਾਂਦੇ ਕਿ ਸੇ ਜੰਤ ਪਏ ਹਰਿਆਵਲੇ, ਜਿਨੇ ਮੇਰੇ ਸਤਿਗੁਰੂ ਦੇਖਿਆ ਜਾਏ। ਜੰਤ ਬੈਠੇ ਨੇ ਇਹ ਰੂਹਾਂ। ਇਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਬਦ ਆਂਦਾ ਹੈਗਾ ਆ ਕਿ ਸਾ ਧਰਤੀ ਪੇ ਹਰਿਆਵਲੇ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ। ਸਤਿਗੁਰੂ ਸਾਡੇ ਹਿਰਦੇ 'ਚ ਬੈਠਾ, ਔਰ ਜਦੋਂ ਹਿਰਦੇ 'ਚ ਬੈਠਾ ਹੈਗਾ ਆ 26 ਸਾਲ ਭੋਰੇ 'ਚ ਬੈਠੇ ਆਪ ਲੋਕਾਂ ਦੇ ਪਾਪ ਦੂਰ ਕਰਦੇ ਪਏ ਨੇ, ਪਰ ਆਪ ਹਾਲੇ ਪ੍ਰਗਟ ਨਹੀਂ ਹੋਏ। ਹਾਲੇ ਵੀ ਹਾਲੇ ਪ੍ਰਗਟ ਨਹੀਂ ਹੋਣਾ ਚਾਹੁੰਦੇ ਹੈਗੇ। ਮਾਤਾਵਾਂ ਨੇ ਪੂਰਾ ਸਾਥ ਦਿੱਤਾ ਹੈਗਾ ਆ, ਗੁਰੂ ਨਾਨਕ ਦੇ ਲੜ ਲੱਗੇ ਰਹੇ ਨੇ। ਉਧਰੋਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਕਿਹਾ ਹੈਗਾ ਆ, ਜੇ ਸੰਗਤਾਂ ਨੇ ਪੁੱਛਣ ਕਿ ਮਹਾਰਾਜ ਸਾਨੂੰ ਕਿਹਦੇ ਲੜ ਲਗਾ ਕੇ ਜਾ ਰਹੇ, ਤਾਂ ਕਹਿੰਦੇ ਕਿ ਬਾਬਾ ਬਕਾਲਾ। ਸਾਡੇ ਇਸੇ ਨਕਲੀ ਜਿਹੜੇ ਹੁੰਦੇ ਨੇ ਬੜੇ ਸੋਹਣੇ ਸੋਹਣੇ ਕੱਪੜੇ ਪਾ ਕੇ, ਆਪਣੇ ਆਪ ਨੂੰ ਨੀਲੇ ਕੱਪੜੇ ਪਾ ਕੇ, ਬਾਹਰ ਮਾਲਾਵਾਂ ਪਾ ਕੇ, ਜਾਂ ਜਿਸ ਤਰ੍ਹਾਂ ਬਨਾਰਸ ਵਗੈਰਾ ਵਿੱਚ ਜਾਂ ਦੁਨੀਆ ਦੇ ਜਿਸ ਤਰ੍ਹਾਂ ਜਿੱਥੇ ਵੀ ਚਲੇ ਜਾਓ ਬਥੇਰੇ ਪਖੰਡੀ ਨੇ। ਕਲਗੀਧਰ ਪਿਤਾ ਦੇ ਦਰਬਾਰ ਦੇ ਵਿੱਚ ਬੜੇ ਪਖੰਡੀ ਆਉਂਦੇ ਸੀਗੇ। ਅਤੇ ਇਸੇ ਤਰ੍ਹਾਂ ਗੁਰੂ ਸਾਹਿਬ ਮਹਾਰਾਜ ਭੋਰੇ 'ਚ ਬੈਠੇ ਸੰਸਾਰ ਨੂੰ ਦੇਖਦੇ ਪਏ ਨੇ, ਪਰ ਆਪ ਪ੍ਰਗਟ ਨਹੀਂ ਹੋ ਰਹੇ। ਕਿਉਂਕਿ ਜਿਹੜੇ ਵੀ ਭਗਤੀਆਂ ਵਾਲੇ ਬੰਦੇ ਹੁੰਦੇ ਨੇ, ਬਾਬਾ ਨੰਦ ਸਿੰਘ ਜੀ ਜੰਗਲ 'ਚ ਜਗ੍ਹਾ ਕੁਟੀਆਂ ਬਣਾ ਕੇ ਰਹਿੰਦੇ ਸੀਗੇ, ਉਹ ਪ੍ਰਗਟ ਨਹੀਂ ਸੀ ਹੋਣਾ ਚਾਹੁੰਦੇ। ਜਦੋਂ ਉਹਨਾਂ ਨੇ ਆਪਣੇ ਲੰਗਰ ਭੋਜਨ ਬਣਾਉਣ ਦੇ ਲਈ ਕੋਈ ਵੀ ਧੂੰਆਂ ਵਗੈਰਾ ਬਾਲਣਾ, ਪਿੰਡਾਂ ਵਾਲਿਆਂ ਨੂੰ ਪਤਾ ਚੱਲ ਜਾਂਦਾ ਕਿ ਜੰਗਲ 'ਚ ਫਲਾਣੀ ਜਗ੍ਹਾ ਧੂੰਆਂ ਬਲਦਾ ਪਿਆ, ਜ਼ਰੂਰ ਰਿਸ਼ੀ ਆਇਆ ਹੋਏਗਾ, ਤੇ ਸਾਰੇ ਨੇ ਪਦਾਰਥ ਲੈ ਕੇ ਬਾਬਾ ਜੀ ਦੇ ਕੋਲ ਪਹੁੰਚ ਜਾਣਾ। ਹੁਣ ਮਹਾਂਪੁਰਖਾਂ ਨੂੰ ਪਦਾਰਥਾਂ ਦਾ ਕੋਈ ਲਾਲਚ ਨਹੀਂ, ਮਹਾਂਪੁਰਖਾਂ ਦਾ ਲਾਲਚ ਹੁੰਦਾ ਕਿ ਜਨ ਕੀ ਭੂਖ ਤੇਰਾ ਨਾਮ ਹਾਰ। ਉਹਨਾਂ ਨੂੰ ਤਾਂ ਭੁੱਖ ਹੁੰਦੀ ਹੈ ਨਾਮ ਦੀ। ਜਿਹੜੇ ਇੱਥੇ ਮੇਰੇ ਪਿੱਛੇ ਬਿਹੰਗਮ ਬੈਠੇ, ਇਹਨਾਂ ਕੋਲੋਂ ਕੋ ਸਿਮਰਨ ਕਰਾ ਲਓ। ਦੁਨੀਆ ਦੇ ਊਂਟ ਪਟਾਂਗ ਗੱਲਾਂ ਨਾ ਦੇ ਨੇੜੇ ਲਿਆਵੋ, ਇਹਨਾਂ ਨੂੰ ਲਿਆਵੋ, ਗੁਰੂ ਬਾਣੀ ਦੇ ਲੜ ਲਗਾਵੋ, ਜਾਂ ਸਾਨੂੰ ਉਪਦੇਸ਼ ਦੇਣਗੇ। ਅਗਰ ਦਾਸ ਵੀ ਅੱਜ ਇਸ ਸਥਾਨ 'ਤੇ ਬੈਠਾ ਤੁਹਾਡੇ ਸੰਗਤਾਂ ਦੀ ਚਰਨ ਧੂੜ ਮਸਤਕ 'ਤੇ ਲਗਾ ਰਿਹਾ ਹੈ, ਇਹ ਮਹਾਂਪੁਰਖਾਂ ਦੀ ਕਿਰਪਾ ਹੈ, ਮਹਾਂਪੁਰਖਾਂ ਦੀ ਰਹਿਮਤਾਂ ਹੈਗੀਆਂ ਨੇ, ਗੁਰੂ ਨਾਨਕ ਦਾ ਬਖਸ਼ਿਸ਼ਾਂ ਹੈਗੀਆਂ ਨੇ, ਬਾਬਾ ਜੀ ਦੀ ਕਿਰਪਾ ਹੈਗੀਆਂ ਨੇ। ਇਹ ਐਵੇਂ ਨਹੀਂ ਇਸ ਤੋਂ ਦਾਤਾਂ ਮਿਲਦੀਆਂ ਹੈਗੀਆਂ। ਤੇ ਕਹਿੰਦੇ ਕਿ ਸੇ ਜੰਤ ਪਏ ਹਰਿਆਵਲੇ, ਜਿਹਨੇ ਮੇਰੇ ਸਤਿਗੁਰੂ ਦੇਖਿਆ ਜਾਏ। ਹੁਣ ਜੀਵ ਨੇ ਅੰਦਰੋਂ ਦੇਖਣਾ ਤਾਂ ਹੈ ਨਾ ਆਪਣੇ ਮਾਲਕ ਨੂੰ, ਔਰ ਮਾਲਕ ਨੂੰ ਦੇਖਣ ਦੇ ਲਈ ਉਹਨੂੰ ਸ਼ਰਧਾ ਵੀ ਚਾਹੀਦੀ ਹੈਗੀ ਆ। ਸ਼ਰਧਾ ਵੀ ਕਦੋਂ ਚਾਹੀਦੀ ਹੈਗੀ ਕਿ ਉਹਦੇ ਅੰਦਰ ਭਾਵਨਾ ਆਵੇ। ਹੁਣ ਮੱਖਣ ਸ਼ਾਹ ਲੁਬਾਣਾ ਜਿਹੜਾ ਸੀਗਾ ਅੰਦਰੋਂ ਪਿਆਸਾ ਸੀਗਾ, ਭੁੱਖਾ ਸੀਗਾ ਕਿ ਮੈਂ ਜਿਹੜਾ ਮੇਰਾ ਗੁਰੂ ਨਾਨਕ ਦਾ ਦਸਵੰਤ ਹੈਗਾ, ਮੈਂ ਗੁਰੂ ਨਾਨਕ ਦੇ ਲੇਖੇ ਲਗਾਵਾਂ। ਅੰਦਰੋਂ ਭੁੱਖ ਸੀਗੀ, ਜਦੋਂ ਕਿ ਉਹਨੇ ਮਨ 'ਚ ਸੋਚਿਆ ਹੋਇਆ ਸੀਗਾ। ਜਿਸ ਤਰੀਕੇ ਨਾਲ ਦਾਸ ਵੀ ਇੱਕ ਸਾਖੀ ਆਪ ਜੀ ਨੂੰ ਪਤਾ ਹੀ ਹੈ ਕਿ ਮੱਖਣ ਸ਼ਾਹ ਲੁਬਾਣਾ ਦਾ ਬੇੜਾ ਡੁੱਬਦਾ ਪਿਆ ਸੀਗਾ। ਇਸੇ ਤਰ੍ਹਾਂ ਇੱਕ ਹਾਸੇ ਦੀ ਵੀ ਗੱਲ ਮੈਨੂੰ ਯਾਦ ਆਈ ਹੈ। ਇੱਕ ਵਪਾਰੀ ਦਾ ਬਿਨ ਇਸੇ ਤਰ੍ਹਾਂ ਬੜਾ ਸ਼ਾਹੂਕਾਰ ਹੈ, ਬੜਾ ਅਮੀਰ ਹੈ, ਸ਼ਹਿਰ ਦੇ ਬੜਾ ਵੱਡਾ ਮਹਿਲ ਹੈਗਾ ਆ, ਉਹਦਾ ਵੀ ਬੇੜਾ ਡੁੱਬਦਾ ਹੈਗਾ ਆ। ਤਾਂ ਡੁੱਬਦੇ ਡੁੱਬਦੇ ਬੇੜੇ 'ਚ ਉਹ ਅਰਦਾਸਾਂ ਕਰਦਾ ਹੈ ਕਿ ਗਰੀਬ ਨਿਵਾਜ ਮੇਰੇ ਬੇੜੇ ਨੂੰ ਬਚਾ ਦੇਣਾ, ਔਰ ਮੇਰਾ ਬੇੜਾ ਬਚ ਜਾਏਗਾ, ਮੇਰੀ ਜਾਨ ਬਚ ਜਾਏਗੀ, ਮੈਂ ਸਹੀ ਸਲਾਮਤ ਹੋਵਾਂਗਾ। ਤਾਂ ਮੇਰਾ ਜਿਹੜਾ ਸ਼ਹਿਰ ਦੇ 'ਚ ਵੱਡਾ ਮਹਿਲ ਹੈਗਾ ਆ, ਉਹ ਮੈਂ ਵੇਚ ਕੇ ਗਰੀਬਾਂ ਦੇ 'ਚ ਵੰਡ ਦੇਵਾਂਗਾ। ਬੜੇ ਜ਼ੋਰ ਜ਼ੋਰ ਦੀ ਉਹਨੇ ਇਹ ਗੱਲ ਕਹੀ ਹੈ। ਸਾਰੇ ਜਿੰਨੇ ਵੀ ਹੋਰ ਯਾਤਰੀ ਉਹ ਬੇੜੇ ਵਿੱਚ ਸੀਗੇ, ਸਾਰਿਆਂ ਨੇ ਸੁਣ ਲਿਆ ਕਿ ਸ਼ਾਹੂਕਾਰ ਨੇ ਬੜੇ ਜ਼ੋਰ ਜ਼ੋਰ ਦੀ ਅਰਦਾਸ ਕੀਤੀ ਹੈਗੀ ਆ ਕਿ ਮੇਰਾ ਸ਼ਹਿਰ ਦਾ ਜਿਹੜਾ ਮਹਿਲ ਹੈਗਾ ਆ, ਮੇਰਾ ਬੇੜਾ ਬਚ ਜਾਵੇ, ਮੇਰੀ ਜਾਨ ਬਚ ਜਾਵੇ, ਤਾਂ ਮੈਂ ਜਾ ਕੇ ਬੇੜੇ ਦੇ ਵਿੱਚੋਂ ਆਪਣਾ ਮਹਿਲ ਵੇਚ ਕੇ ਗਰੀਬਾਂ ਦੇ ਵਿੱਚ ਮੈਂ ਮਾਇਆ ਦਾਨ ਕਰ ਦੇਵਾਂਗਾ। ਦੇਖੋ ਅਸੀਂ ਗੁਰੂ ਦੇ ਨਾਲ ਵੀ ਕਿੰਨੀ ਅਸੀਂ ਚਲਾਕੀਆਂ ਕਰਦੇ ਹਾਂ। ਇਸੇ ਹੀ ਤਰ੍ਹਾਂ ਸਮੇਂ ਸੁਧਰ ਗਿਆ, ਸਮੁੰਦਰ ਸ਼ਾਂਤ ਹੋ ਗਿਆ, ਬੇੜੇ ਨੂੰ ਠੱਲ ਆ ਗਈ, ਸਾਰੇ ਜਿਹੜੇ ਮੁਸਾਫਿਰ ਸਾਰੇ ਬਚ ਗਏ, ਇਹ ਸ਼ਾਹੂਕਾਰ ਵੀ ਬਚ ਗਿਆ। ਹੁਣ ਘਰ ਆ ਕੇ ਬੜਾ ਫਿਕਰ ਕਰਦਾ ਹੈ ਇਹ ਕੀ ਕੀਤਾ ਜਾਵੇ। ਮੈਂ ਤਾਂ ਬੜੇ ਜ਼ੋਰ ਜ਼ੋਰ ਦੀ ਗੱਲ ਕਹਿ ਦਿੱਤੀ ਹੈਗੀ ਆ ਕਿ ਮੇਰਾ ਜਿਹੜਾ ਮਹਿਲ ਹੈਗਾ ਆ ਮੈਂ ਵੇਚ ਕੇ ਗਰੀਬਾਂ 'ਚ ਵੰਡ ਦੇਵਾਂਗਾ।
ਹੁੰਦੇ ਗੁਰੂ ਦੇ ਨਾਲ ਸੀ ਕਿਹੋ ਜਿਹੇ ਚਲਾਕੀਆਂ ਕਰਦੇ ਆ। ਇਹਨੇ ਕਰ ਦਿੱਤਾ ਜੀ ਕਿ ਠੀਕ ਹੈ ਮੈਂ ਆਪਣਾ ਮਹਿਲ ਵੇਚਣਾ ਹੈਗਾ ਆ, ਇਹਦੇ ਵਿੱਚੋਂ 1 ਕਰੋੜ ਰੁਪਏ ਦਾ ਜਿਹੜਾ ਹੈਗਾ, ਜਿਹੜੀ ਕਿ ਉਹਦੇ ਵਿੱਚ 2 ਮੱਛੀਆਂ ਟੰਗਤੀਆਂ ਨੇ। ਕਹਿੰਦਾ ਜੀ ਕਿ ਜਿਹੜੇ ਮੱਛੀਆਂ ਹੈਗੇ ਦਾ ਮੁੱਲ 10 ਲੱਖ ਰੁਪਏ ਹੈਗਾ ਆ, ਔਰ ਜਿਹੜਾ ਇੱਕ ਮਹਿਲ ਹੈਗਾ 1 ਰੁਪਏ ਦਾ ਹੈ। ਜਿਹੜੀਆਂ ਮੱਛੀਆਂ ਟੰਗੀਆਂ ਆ ਉਹਦਾ ਮੁੱਲ ਹੈਗਾ 10 ਲੱਖ ਰੁਪਏ, ਔਰ ਜਿਹੜਾ ਮੇਰਾ ਮਹਿਲ ਹੈਗਾ ਆ ਇਹਦਾ ਮੁੱਲ 1 ਰੁਪਇਆ ਹੈ। ਹੁਣ ਕੀਤਾ ਕਿ ਸਾਰੇ ਹੈਰਾਨ ਕਿ ਕੀ ਬੇਵਕੂਫੀ ਹੈਗੀ ਆ ਜੀ ਕਿ ਮਹਿਲ ਦਾ ਮੁੱਲ 1 ਰੁਪਇਆ ਹੈਗਾ, ਜਿਹੜੇ ਅੰਦਰ 2 ਮੱਛੀਆਂ ਟੰਗੀਆਂ ਦਾ ਮੁੱਲ 10 ਰੁਪਏ ਹੈਗਾ ਆ। ਪਰ ਚਲੋ ਲੈਣ ਵਾਲੇ ਨੇ ਕਿਹਾ ਮੈਨੂੰ ਕੀ ਫ਼ਰਕ ਪੈਂਦਾ ਹੈਗਾ ਆ। ਹੁਣ ਇਹ ਸ਼ਾਹੂਕਾਰ ਨੇ ਕੀ ਕੀਤਾ, 10 ਰੁਪਏ ਲੈ ਜੇਬ 'ਚ ਪਾਏ ਮੱਛੀ ਦਾ ਮੁੱਲ, ਔਰ ਜਿਹੜਾ ਮਹਿਲ ਦਾ ਮੁੱਲ ਸੀ 1 ਰੁਪਇਆ, ਉਹ ਜਾ ਕੇ ਗਰੀਬਾਂ 'ਚ ਵੰਡ ਦਿੱਤਾ। ਆਖੋ ਸਤਨਾਮ ਸ਼੍ਰੀ। ਕਹਿਣ ਦਾ ਭਾਵ ਇਹ ਹੈਗਾ ਆ ਕਿ ਅਸੀਂ ਜਿੰਨੀ ਮਰਜ਼ੀ ਭਗਤੀ ਕਰ ਲਈ, ਪਰ ਜਿਹੜਾ ਸਾਡੇ ਅੰਦਰ ਮਾਇਆ ਦਾ ਮੋਹ ਹੈ ਨਾ ਜਿਹੜਾ, ਇਹ ਬੜਾ ਮੁਸ਼ਕਲ ਜਾਂਦਾ ਹੈ। ਉਹ ਵਿਰਲੇ ਹੀ ਮਨੁੱਖ ਹੁੰਦੇ ਨੇ ਸੰਸਾਰ ਦੇ ਵਿੱਚ, ਵੈਰੀ ਫਿਊ ਪੀਪਲ। ਮੈਨੂੰ ਇਸੇ ਤਰ੍ਹਾਂ ਗੱਲ ਯਾਦ ਆ ਗਈ ਕਿ ਗੁਰਮੁਖ ਪਿਆਰੇ ਨੇ ਪਟਿਆਲੇ ਦੇ ਵਿੱਚ ਡਾਕਟਰ ਓਬਰਾਏ ਸਾਹਿਬ, SP ਸਿੰਘ ਓਬਰਾਏ, ਉਹਦਾ ਦੁਬਈ 'ਚ ਵੀ ਕਾਰੋਬਾਰ ਬੜਾ ਸੋਹਣਾ ਹੈਗਾ, ਬਹੁਤ ਦਿਆਲੂ ਸ਼ਰਧਾਲੂ ਨੇ। ਪਿਛਲੇ ਕਈ ਸਾਲਾਂ ਤੋਂ ਉਹ ਕਈ ਕਰੋੜਾਂ ਰੁਪਏ, ਮੇਰੀ ਗੱਲ ਦਾ ਧਿਆਨ ਦੇਣਾ, ਮੇਰੇ ਗੁਰੂ ਨਾਨਕ ਸੁਣਦੇ ਪਏ ਨੇ, ਮੈਂ ਦਰਗਾਹ 'ਚ ਜਵਾਬ ਦੇਣਾ ਕਿੰਨਾ ਮੈਂ ਸੱਚ ਝੂਠ ਬੋਲਦਾ ਪਿਆ ਹੈਗਾ ਆ। ਕਈ ਕਰੋੜਾਂ ਰੁਪਏ ਉਹਨਾਂ ਨੇ ਮਹਾਮਾਰੀ ਦੇ ਵਿੱਚ, ਹਸਪਤਾਲਾਂ ਦੇ ਵਿੱਚ, ਕਿੱਥੇ ਕਿੱਥੇ ਨਹੀਂ ਗਰੀਬਾਂ ਨੂੰ ਝੁੱਗੀਆਂ ਬਣਾ ਕੇ ਦੇ, ਮਕਾਨ ਬਣਾ ਕੇ ਦੇ, ਦਵਾਈਆਂ ਦੇ। ਜੇ ਕੋਈ ਅਗਰ ਦੁਬਈ ਦੇ ਵਿੱਚ ਕੋਈ ਅਗਰ ਕੋਈ ਜੇਲ੍ਹ ਦੇ ਵਿੱਚ ਫਸਿਆ ਪਿਆ ਹੈਗਾ, ਬਲੱਡ ਮਨੀ ਦੇਣੀ ਹੈਗੀ ਹੈ, ਉੱਥੇ ਵੀ ਜਾ ਕੇ ਦੋਨੋਂ ਪਾਰਟੀਆਂ ਨਾਲ ਮਿਲਾ ਕੇ ਕੋਰਟ 'ਚ ਲਿਆ ਕੇ ਉਹਨਾਂ ਨੂੰ ਬਲੱਡ ਮਨੀ ਦੇ ਕੇ, ਜਿਹੜੇ ਸਾਡੇ ਪੰਜਾਬੀ ਸਿੱਖ ਹੁੰਦੇ ਨੇ 9-10 ਬੰਦੇ ਹੁੰਦੇ ਨੇ, ਉਹਦੇ ਵਿੱਚੋਂ ਕੋਈ ਦੂਜੇ ਧਰਮ ਦੇ ਵੀ ਹੁੰਦੇ ਨੇ, ਦੂਜੇ ਕੰਟਰੀਆਂ ਦੇ ਵੀ ਹੁੰਦੇ ਨੇ, ਕੋਈ ਪਾਕਿਸਤਾਨੀ ਵੀ ਹੁੰਦੇ ਨੇ, ਕੋਈ ਸੁਡਾਨੀ ਵੀ ਹੁੰਦੇ ਨੇ, ਸਾਰਿਆਂ ਦੇ ਬਲੱਡ ਮਨੀ ਪਾਰ ਕੇ SP ਸਿੰਘ ਓਬਰਾਏ ਉਹ ਗੁਰਮੁਖ ਪਿਆਰੇ ਗੁਪਤ ਰਹਿ ਕੇ ਸੇਵਾ ਕਰਦੇ ਨੇ। ਮੈਂ ਭਾਵੇਂ ਮੀਡੀਆ 'ਚ ਉਹਦਾ ਨਾਮ ਲੈ ਰਿਹਾ, ਕਦੀ ਉਹਨਾਂ ਲੱਗਾ ਤਾਂ ਇਹ ਗੱਲ ਨੂੰ ਚੰਗੀ ਨਾ ਲੱਗੇਗੀ। ਤੇ ਭਾਈ ਇਹੋ ਜਿਹੀ ਹੁੰਦਾ ਕਿ ਜਿਹੜੀਆਂ ਰੂਹਾਂ ਸੰਸਾਰ 'ਚ ਹੁੰਦੀਆਂ ਨੇ, ਭਗਤੀਆਂ ਕਰਦੀਆਂ ਨੇ, ਉਹ ਤਾਂ ਸੰਸਾਰ 'ਚ ਗੁਪਤ ਰਹਿ ਕੇ ਆਪਣੇ ਆਪ ਨੂੰ ਨਾਮ ਦੀ ਦਾਤ ਵੰਡਣੀ ਚਾਹੁੰਦੇ ਨੇ। ਉਹ ਸੰਸਾਰਿਕ ਲੋਕਾਂ ਦੀ ਭਲਾਈ ਕਰਨੀ ਚਾਹੁੰਦੇ ਨੇ। ਤੇ SP ਸਿੰਘ ਓਬਰਾਏ ਨੇ ਮਹਾਮਾਰੀ ਦੇ ਵਿੱਚ ਕਹਿ ਲਓ, ਜਦੋਂ ਕਸ਼ਮੀਰ ਦੇ ਵਿੱਚ ਕੁਦਰਤ ਦਾ ਪਾਣਾ ਹੋਇਆ, ਸਰਕਾਰਾਂ ਹਾਲੀ ਸੋਚਦੀਆਂ ਪਈਆਂ ਨੇ ਕਿ ਅਸੀਂ ਦਵਾਈਆਂ ਕੰਬਲ ਭੇਜੀਏ। ਇਹਨਾਂ ਨੇ ਪਹਿਲਾਂ ਹੀ ਆਪਣੇ ਟਰੱਕ ਭੇਜ ਦਿੱਤੇ। ਜਿੱਦਾਂ ਹੀ ਮੀਡੀਆ ਦੇ ਵਿੱਚੋਂ ਖਬਰ ਇਹਨਾਂ ਨੂੰ ਪਤਾ ਚੱਲੀ ਹੈਗੀ ਆ, ਇਹਨਾਂ ਨੇ ਉਸੇ ਵੇਲੇ ਟਰੱਕ ਲੋਡ ਕਰਤੇ। ਦਾਸ ਵੀ ਜਦੋਂ ਕਸ਼ਮੀਰ ਗਿਆ ਉਦੋਂ ਕੁਦਰਤ ਦਾ ਪਾਣਾ ਹੋਇਆ, ਮੇਰੇ ਨਾਲ ਰਵੀ ਕੁਮਾਰ ਬੈਠੇ ਰਿਕਾਰਡਿੰਗ ਕਰਦੇ ਨੇ, ਤੇ ਔਰ ਚੜ੍ਹਦੀ ਕਲਾ ਦੇ ਜਿਹੜੇ ਡਾਇਰੈਕਟਰ ਵਗੈਰਾ ਸਾਰੇ ਸੀਗੇ, ਹੋਰ ਵੀ ਪਤਵੰਤੇ ਸਿੱਖ, ਸਾਰੇ ਅਸੀਂ ਫਲਾਈਟ ਫੜ ਕੇ ਸ਼੍ਰੀਨਗਰ ਗਏ ਹੈਗੇ। ਬਹੁਤ ਬੁਰਾ ਹਾਲ, ਕੁਦਰਤ ਨੇ ਐਸਾ ਕਹਿਰ ਕੀਤਾ ਸੀਗਾ ਕਿ ਜਿਹੜੇ ਕਿ 5 ਮਿੰਟ ਪਹਿਲਾਂ ਬਾਦਸ਼ਾਹ, ਬੜੇ ਬੜੇ ਮਿਨਿਸਟਰ ਸੀਗੇ, ਬੜੇ ਬੜੇ ਸ਼ਾਹੂਕਾਰ ਸੀਗੇ, ਐਸਾ ਪਾਣੀ ਦਾ ਬਹਾਵ ਆਇਆ ਕਿ ਸਾਰਿਆਂ ਨੂੰ ਬਹਾ ਕੇ ਲੈ ਗਿਆ। ਔਰ ਉੱਥੇ ਸਾਡੇ ਡਾਕਟਰ ਸਾਹਿਬ, ਉਹ ਡਾਕਟਰ ਓਬਰਾਏ ਗੁਰਮੁਖ ਪਿਆਰੇ ਜਿਹੜੇ ਨੇ ਕਾਰੋਬਾਰੀ ਵੀ ਨੇ, ਪਰ ਜੇ ਕਾਰੋਬਾਰ ਦੇ ਨਾਲ ਉਹਦੇ ਜੋ ਉਹਦੇ ਹਿਰਦੇ 'ਚ ਦਇਆ ਔਰ ਨਮਰਤਾ ਹੈਗੀ ਹੈ, ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਭਗਤੀ ਕਰਕੇ ਪ੍ਰਾਪਤ ਕੀਤੀ, ਬਖਸ਼ਿਸ਼ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਸਿੱਖਾਂ ਦੇ ਉੱਤੇ ਕੀਤੀ ਹੈ। ਕਿਉਂਕਿ ਜਿਹੜਾ ਪਰਮਾਤਮਾ ਹੈਗਾ ਸਾਰੇ ਕੰਮ ਆਪ ਕਰਨ ਦੇ ਬਦਲੇ ਉਹ ਆਪਣੇ ਜਗਿਆਸੂਆਂ ਕੋਲੋਂ ਕਰਾਉਂਦਾ ਹੈ।